अपने पंजाब दी रोटी खा के भी पंजाब दे माड़ा बोलते हैं, पंजाब दे किसानां बारे मुठा बोलते हैं। तो मैं एक एग्जाम्पल तुहानूं दूंगा, एक कुत्ता भी, कुत्ते नूं भी अगर 2 वक्त की रोटी पा दईए ना, वो भी साडे गेट दे मुहरे सदियां तक बहिंदा। तो भी ये तो कुत्ते नाल भी गए गुजरे ने जी। सब तो वड्डा तानाशाह कोई प्रधानमंत्री रहा तो नरेंद्र मोदी है। इन्ना वड्डा तानाशाह है भी ये जो एक सीगे हिटलर भी उन्हां दी छवि इन्हां ते आ रही है। देखो जी, RSS एक संगठन हैगा, एक दरख्त हैगा, ਉਹਦੇ 'ਚ बहुत ਟਾਹਣੀਆਂ, दरख्त बहुत ਟਾਹਣੀਆਂ निकलियां ਹੁੰਦੀਆਂ भी RSS एक संगठन है, इदा दा संगठन है। तो मैं अगर अपनी गल कहां तो मैं पहला पंजाब दा पुੱਤ ਹਾਂ, पहले मैं अपनी माँ का पुੱਤ ਹਾਂ, जिस जमीन जिस धरती ते मैं जम्मिया मैं पहला ਉਹਦਾ ਪੁੱਤ ਹਾਂ, उस तो बाद किसी संगठन किसी पार्टी का। भी अज साडे पंजाब की रोटी खा के पंजाब जे जम के अज पंजाब नूं पुट्ठा बोलदे हो, कल नूं मैनूं लगदा अपने माँ प्यो नूं भी पुट्ठा बोलणगे। ते इन्हां तो दूरी बना के रखनी चाहिए, इन्हां दा राजद्रोह परचा करके इन्हां नूं अंदर सट्टना चाहिए। बाकी पार्टियां नूं कहंदे भी ये फलाना पार्टी मुक्त हो जूगी, देश मुक्त हो जूगी, अज इन्हां दे वो हालात बन जाणगे भी इन्हां नूं किसी कुत्ते ने भी नहीं पुछना, ये हालात हो जाणगे। कई मैं जथेबंदियां देखिया, हिंदू जथेबंदियां भी हिंदू प्रधानमंत्री या हिंदू मुख्यमंत्री बनाया जाए, ठीक है बनाया जाएगा, क्यों नहीं बनाया जाएगा। पहला एक हिंदू प्रधानमंत्री बनाया है नरेंद्र मोदी, गुजरात मॉडल देख लिया लोगों ने, तबाह करता जी पूरे देश में, पूरा देश बेचता। फिर एक वो आया हुण, एक अरविंद केजरीवाल आया, हम दिल्ली मॉडल दिखाएंगे पंजाब, पंजाब में तुसीं दिल्ली मॉडल किवें दिखाओगे जी। पंजाब अपने आप च एक मॉडल है। ਜਿਹੜੀ ਬਾਹਰਲੀ ਪਾਰਲੀਮੈਂਟ ਹੈਗੀ ਉਹਨਾਂ ਦੀ ਸਿੰਸੈਰਿਟੀ ਬਹੁਤ ਜ਼ਿਆਦਾ ਹੈ, ਉਹ ਆਪਣੇ ਦੇਸ਼ ਦੇ ਲੋਕਾਂ ਨੂੰ ਲਾਇਬਿਲਿਟੀ ਨਹੀਂ ਐਸੈਟ ਸਮਝਦੇ ਆ, ਆਪਣੇ ਦੇਸ਼ ਦੇ ਲੋਕਾਂ ਨੂੰ ਲਾਇਬਿਲਿਟੀ ਸਮਝਦੇ, ਐਸੈਟਸ ਨਹੀਂ ਸਮਝਦੇ, ਜਦਕਿ ਸਾਡੇ ਦੇਸ਼ ਦੇ ਹਰ ਇੱਕ ਆਦਮੀ ਦੇਸ਼ ਦਾ ਐਸੈਟਸ ਹੈ। बट ये जो प्रधानमंत्री बैठा ये तानाशाह, साफ लफ्ज़ां से मैं कहूँगा, इस तो वड्डा तानाशाह हिंदुस्तान से ना ही आया ना ही आऊगा। ਉਹ ਕਹਿੰਦੇ ਅਸੀਂ ਕਿਸਾਨਾਂ ਦੇ ਹੱਕ ਵਿੱਚ ਫਾਇਦੇ ਵਾਸਤੇ ਕਾਨੂੰਨ ਬਣਾਏ ਨੇ। ਉਹ ਗੱਲ ਉਹੀ ਹੈ ਨਾ ਕਿ ਬੰਨ ਕੇ ਖੀਰ ਖਵਾਉਣ ਵਾਲਾ ਕੰਮ ਹੋ ਗਿਆ। ਉਹ ਕਹਿੰਦੇ ਅਸੀਂ ਨਹੀਂ ਖਾਣੀ ਖੀਰ, ਨਹੀਂ ਸਾਨੂੰ ਵਧੀਆ ਲੱਗਦੀ, ਸਾਨੂੰ ਜੇ ਤੁਸੀਂ ਸਾਡੇ ਹੱਕ ਵਾਸਤੇ ਕਾਨੂੰਨ ਬਣਾਏ ਆ ਸਾਨੂੰ ਨਹੀਂ ਚੰਗੇ ਲੱਗਦੇ, ਨਹੀਂ ਚਾਹੀਦੇ ਤਾਂ ਰੱਦ ਕਰੋ। ਇਹ 'ਚ ਦਿੱਕਤ ਕੀ ਹੈ? ਇਹ ਰੱਦ ਕਰਨਾ ਪੈਣਾ ਜੀ, ਕਿਸੇ ਦੇ ਬਾਪ ਦਾ ਹਿੰਦੁਸਤਾਨ ਨਹੀਂ ਹੈਗਾ। ਇਹ ਕਹਿੰਦੇ ਨਾ ਵੀ ਰੱਦ ਨਹੀਂ ਹੋਏਗਾ, ਇਹ ਜਿਹੜੇ ਕਹਿੰਦੇ ਨੇ ਨਾ ਨਹੀਂ ਹੋਏਗਾ, ਹਰਜੀਤ ਸਿੰਘ ਗਰੇਵਾਲ ਨੇ ਬਹੁਤ ਵਾਰ ਮੂੰਹ 'ਚ ਸੁਣਿਆ ਵੀ ਇਹ ਕਾਨੂੰਨ ਰੱਦ ਨਹੀਂ ਹੋਣਗੇ, ਕਿਸੇ ਦਾ ਬਾਪ ਦਾ ਹਿੰਦੁਸਤਾਨ ਨਹੀਂ ਹੈਗਾ। ਇਹ ਰੱਦ ਕਰਾ ਕੇ ਰਹਾਂਗੇ। ਪੰਜਾਬੀਆਂ ਦਾ ਇਤਿਹਾਸ ਗਰੇਵਾਲ ਸਾਹਿਬ ਤੁਹਾਨੂੰ ਪਤਾ ਨਹੀਂ ਹੋਣਾ ਵੀ ਤੁਸੀਂ ਕਿਹਾ ਆਪਣੇ ਆਪ ਨੂੰ ਤਾਂ ਹੈਗੇ ਤੁਸੀਂ ਜੱਟ, ਬਟ ਤੁਹਾਡੀ ਜੱਟਾਂ ਵਾਲੀ ਹਰਕਤਾਂ ਨਹੀਂ ਹੈਗੀਆਂ ਵੀ ਇਹ ਤੁਸੀਂ ਇੱਕ ਟੱਟੂ ਬਣ ਕੇ ਬੈਠੇ ਹੋ ਬੀਜੇਪੀ ਦੇ। ਇਹ ਰੱਦ ਕਰਾ ਕੇ ਦਿਖਾਣਗੇ ਪੰਜਾਬੀ। ਨਰਿੰਦਰ ਮੋਦੀ ਜਿਹੜੇ ਪ੍ਰਾਈਮ ਮਿਨਿਸਟਰ ਨੇ ਵੀ ਉਹਨਾਂ ਉਹ ਕੀ ਮੰਗਦੇ ਆ? ਉਹ ਕਹਿੰਦੇ ਆ ਵੀ ਮੇਰੇ ਹੱਥ 'ਚ ਰਿਮੋਟ ਰਵੇ, ਮੈਂ ਰਿਮੋਟ ਨਾਲ ਚਲਾਵਾਂ। ਇਹ ਮਿਨਿਸਟਰ ਜਿਹੜੇ ਹੈਗੇ ਰਿਮੋਟ ਨੇ, ਇਹਨਾਂ ਕੋਲ ਬਹੁਤਾ ਪਾਵਰ ਨਹੀਂ ਹੈਗੀ। ਇਹਨਾਂ ਨੂੰ ਕਹਿ ਦਿੰਦੇ ਆ ਵੀ ਕਿਸਾਨ ਜਥੇਬੰਦੀਆਂ ਨੂੰ ਬੁਲਾ ਲਿਆ ਇਹਨਾਂ ਨੇ ਵੀ ਆਓ ਜੀ ਤੁਹਾਡੇ ਨਾਲ ਗੱਲਬਾਤ ਕਰਦੇ ਆ। ਇਹ ਗੱਲਬਾਤ ਕੁਛ ਨਹੀਂ ਹੈ। किसान जथेबंदियां जांदियां, गल उन्हां दी सुनते हैं, बस ठीक है जी सुन लिया, हम मोदी को बताएंगे जी। मोदी जी सुन के वो काटा मारते हैं। सत श्री अकाल, देश विदेश टाइम देखण तुसीं, मैं हाँ विशाल शारदा। काफ़ी लंबे समय तो किसानी संघर्ष आ जिहड़ा चलदा पिया। दिल्ली दीआं सड़कां दे उत्ते किसान एक लंबे समय तो जिहड़ा बैठे ने, सर्दी भी उत्थे हंडाई है, गर्मी दे विच भी उत्थे बैठे ने, ਤਾਂ ਕਿਤੇ ਨਾ ਕਿਤੇ ਕੋਈ ਵੀ ਗੱਲ ਆ ਜਿਹੜੀ ਸਿਰੇ ਲੱਗਦੀ ਨਹੀਂ ਨਜ਼ਰ ਆ ਰਹੀ। ਤਾਂ ਕੁਝ ਬਿਆਨਬਾਜ਼ੀ ਜਿਹੜੀ ਕਿਸਾਨਾਂ ਨੂੰ ਲੈ ਕੇ ਹੁੰਦੀ ਹੈ। ਹਾਲ ਹੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣੇ ਨੇ ਕਾਂਗਰਸ ਦੇ ਪੰਜਾਬ ਪ੍ਰਧਾਨ, ਤਾਂ ਉਹਨਾਂ ਵੱਲੋਂ ਵੀ ਇੱਕ ਬਿਆਨ ਜਿਹੜਾ ਦਿੱਤਾ ਗਿਆ ਕਿ ਪਿਆਸਾ ਖੂਹ ਕੋਲੇ ਚੱਲ ਕੇ ਆਂਦਾ, ਖੂਹ ਪਿਆਸੇ ਕੋਲ ਨਹੀਂ ਜਾਂਦਾ। ਤਾਂ ਉਸ ਦੀ ਵੀ ਕਿਸਾਨ ਜਥੇਬੰਦੀਆਂ ਵੱਲੋਂ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਜਿਹੜੀ ਕੀਤੀ ਗਈ ਹੈ। ਸਮੇਂ-ਸਮੇਂ 'ਤੇ ਹਰਜੀਤ ਗਰੇਵਾਲ ਵੱਲੋਂ ਵੀ ਕਿਸਾਨਾਂ ਦੇ ਜਿਹੜੇ ਖਿਲਾਫ ਬਿਆਨਬਾਜ਼ੀ ਜਿਹੜੀ ਹੁੰਦੀ ਰਹਿੰਦੀ ਹੈ ਉਸਦੀ ਵੀ ਕਿਹੜੇ ਸ਼ਬਦਾਂ 'ਚ ਨਿੰਦਾ ਜਿਹੜੀ ਕਰਦੇ ਰਹਿੰਦੇ ਨੇ ਕਿਸਾਨ ਜਥੇਬੰਦੀਆਂ ਵੱਲੋਂ। ਹਾਲ ਹੀ ਦੇ ਵਿੱਚ ਦਿੱਲੀ ਦੇ ਵਿੱਚ ਕਿਸਾਨ ਸੰਸਦ ਵੀ ਜਿਹੜਾ ਲੱਗਿਆ ਹੋਇਆ ਤੇ ਇੱਕ ਦਿਨ ਮਹਿਲਾ ਵੀ ਉੱਥੇ ਸੰਸਦ ਬਣੀਆਂ ਤੇ ਮਹਿਲਾ ਡਿਪਟੀ ਸਪੀਕਰ ਤੇ ਸਪੀਕਰ ਹੋਈਆਂ ਤੇ ਰੋਜ਼ 9 ਵਜੇ ਤੋਂ ਲੈ ਕੇ 5 ਵਜੇ ਤੱਕ ਇਸ ਤਰ੍ਹਾਂ ਹੀ ਸੰਸਦ ਆ ਜਿਹੜੀ ਲੱਗਦੀ ਹੈ। ਤੇ ਇੱਕ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਕਿਹਾ ਜਾਂਦਾ ਕਿ RSS ਜਾਂ BJP ਜਾਂ RSS ਦੋਨਾਂ ਦਾ ਨਾਮ ਜਿਹੜਾ ਲਿਆ ਜਾਂਦਾ ਲਗਾਤਾਰ। ਤਾਂ RSS ਦੇ ਵਿੱਚ ਇੱਕ ਲੰਮਾ ਸਮਾਂ ਰਹਿ ਚੁੱਕੇ
ਜਸਰਾਜ ਗਰੇਵਾਲ ਸਾਡੇ ਨਾਲ ਮੌਜੂਦ ਨੇ, ਜੋ ਕਿ ਬੀਜੇਪੀ ਦੇ ਖਿਲਾਫ ਬਿਆਨਬਾਜ਼ੀ ਕਰਦੇ ਨੇ ਔਰ ਕਿਸਾਨਾਂ ਦੇ ਹੱਕ ਵਿੱਚ ਜਿਹੜਾ ਬੋਲਦੇ ਨਜ਼ਰ ਆਉਂਦੇ ਨੇ। ਜਸਰਾਜ ਜੀ, ਕਿਵੇਂ ਦੇਖਦੇ ਹੋ ਕਿ ਇੱਕ ਲੰਬਾ ਸਮਾਂ ਹੋ ਗਿਆ ਜਿਹੜਾ ਕਿਸਾਨਾਂ ਨੂੰ ਉੱਥੇ? ਇਹ ਦੇਖੋ ਜੀ, ਮੰਦਭਾਗੀ ਗੱਲ ਹੈ ਵੀ ਜਿਹੜੇ ਤਾਨਾਸ਼ਾਹ ਬੈਠੇ ਆ ਦਿੱਲੀ 'ਚ, ਬਹੁਤ ਮਾੜੀ ਗੱਲ ਹੈ ਇਹਨਾਂ ਦੀ। ਇਹ ਜੋ ਤਾਨਾਸ਼ਾਹੀ ਮੇਰੇ ਖਿਆਲ ਨਾਲ ਹਿੰਦੁਸਤਾਨ ਦੇ ਇਤਿਹਾਸ 'ਚ ਸਭ ਤੋਂ ਵੱਡਾ ਤਾਨਾਸ਼ਾਹ ਕੋਈ ਪ੍ਰਧਾਨ ਮੰਤਰੀ ਰਿਹਾ ਉਹ ਨਰਿੰਦਰ ਮੋਦੀ ਹੈ। ਇੰਨਾ ਵੱਡਾ ਤਾਨਾਸ਼ਾਹ ਹੈ ਵੀ ਇਹ ਜੋ ਇੱਕ ਸੀਗੇ ਹਿਟਲਰ, ਵੀ ਉਹਨਾਂ ਦੀ ਛਵੀ ਇਹਨਾਂ ਦੇ ਆ ਰਹੀ ਹੈ, ਵੀ ਉੱਦਾਂ ਦੀ ਤਾਨਾਸ਼ਾਹੀ ਦਰਸਾ ਰਹੇ ਆ ਵੀ ਇੰਨੇ ਸਮਾਂ ਹੋ ਗਿਆ ਕਿਸਾਨਾਂ ਨੂੰ, ਸਾਡੇ ਕਿਸਾਨਾਂ ਨੂੰ ਬੈਠੇ ਹੋਏ ਤੇ ਉਹਨਾਂ ਦੀ ਗੱਲ ਨਹੀਂ ਸੁਣਨੀ। ਇਹ ਬਹੁਤ ਮੰਦਭਾਗੀ ਗੱਲ ਹੈ ਔਰ ਆਉਣ ਵਾਲੇ ਸਮੇਂ 'ਚ ਬਹੁਤ ਜਲਦ 2024 ਦੇ ਇਲੈਕਸ਼ਨ ਹੈਗੀਆਂ, ਇਹਨਾਂ ਨੂੰ ਜਵਾਬ ਦਿੱਤਾ ਜਾਏਗਾ ਔਰ ਬੜੇ ਕੜੇ ਨਿੰਦਾ ਜੇ ਜਵਾਬ ਦੇਵਾਂਗੇ ਅਸੀਂ ਔਰ ਸਾਰਾ ਪੰਜਾਬ, ਪੂਰਾ ਹਿੰਦੁਸਤਾਨ ਉਹਨਾਂ ਨੂੰ ਜਵਾਬ ਦੇਊਗਾ। ਕਿਸਾਨ ਲਗਾਤਾਰ ਸ਼ੁਰੂ ਤੋਂ ਇਹੀ ਕਹਿੰਦੇ ਆ ਰਹੇ ਹੈ ਕਿ ਜਿਵੇਂ ਦੀਪ ਸਿੱਧੂ ਸ਼ੁਰੂ ਤੋਂ ਸ਼ੁਰੂਆਤੀ ਦੌਰ ਤੋਂ ਹੀ ਨਾਲ ਸੀਗੇ, ਤਾਂ ਉਹ ਲਗਾਤਾਰ ਇਹੀ ਕਹਿੰਦੇ ਸੀ ਦੀਪ ਸਿੱਧੂ RSS ਦਾ ਬੰਦਾ, ਬੀਜੇਪੀ ਦਾ ਬੰਦਾ, ਪਲਾਂਟ ਕੀਤਾ ਗਿਆ ਬੰਦਾ। ਤਾਂ RSS ਨੂੰ ਜਿਹੜਾ ਨਿਖੇਧੀ ਜਿਹੜਾ ਕਰਦੇ ਹੈਗੇ ਨੇ ਕਿਸਾਨ ਆਗੂ, ਤੇ ਤੁਸੀਂ RSS ਦੇ ਵਿੱਚ ਇੱਕ ਲੰਮਾ ਸਮਾਂ ਜਿਹੜਾ ਰਹਿ ਚੁੱਕੇ ਹੋ, ਤੁਸੀਂ ਕਿਸਾਨਾਂ ਦੇ ਹੱਕ ਵਿੱਚ ਗੱਲ ਕਰਦੇ ਪਏ। ਦੇਖੋ ਜੀ, RSS ਇੱਕ ਸੰਗਠਨ ਹੈਗਾ, ਇੱਕ ਦਰਖਤ ਹੈਗਾ, ਉਹਦੇ 'ਚ ਬਹੁਤ ਟਾਹਣੀਆਂ, ਇੱਕ ਦਰਖਤ 'ਚ ਬਹੁਤ ਟਾਹਣੀਆਂ ਨਿਕਲੀਆਂ ਹੁੰਦੀਆਂ ਵੀ RSS ਇੱਕ ਸੰਗਠਨ ਇੱਦਾਂ ਦਾ ਸੰਗਠਨ ਹੈ। ਅਤੇ ਮੈਂ ਅਗਰ ਆਪਣੀ ਗੱਲ ਕਹਾਂ ਤਾਂ ਮੈਂ ਪਹਿਲਾਂ ਪੰਜਾਬ ਦਾ ਪੁੱਤ ਹਾਂ, ਪਹਿਲਾਂ ਮੈਂ ਆਪਣੀ ਮਾਂ ਦਾ ਪੁੱਤ ਹਾਂ, ਜਿਸ ਜ਼ਮੀਨ 'ਚ ਜਿਸ ਧਰਤੀ 'ਤੇ ਮੈਂ ਜੰਮਿਆ, ਮੈਂ ਪਹਿਲਾਂ ਉਹਦਾ ਪੁੱਤ ਹਾਂ, ਉਸ ਤੋਂ ਬਾਅਦ ਕਿਸੇ ਸੰਗਠਨ, ਕਿਸੇ ਪਾਰਟੀ ਦਾ। ਬਾਕੀ ਗੱਲ ਰਹੀ BJP ਵਾਲਿਆਂ ਦੀ, ਵੀ ਹਰਜੀਤ ਸਿੰਘ ਗਰੇਵਾਲ, ਗਿਆਨੀ ਸਾਹਿਬ ਜੀ, ਜਿਹੜੇ ਗਿਆਨੀ ਸਾਹਿਬ ਨੇ ਸਾਬਕਾ ਮੰਤਰੀ ਰਹੇ ਨੇ, ਐਡੇ ਪੁੱਠੇ ਬਿਆਨਬਾਜ਼ੀ ਕਰਦੇ ਆ। ਇਹਨਾਂ ਨੂੰ ਮੈਂ ਤਾਂ ਕਹਾਂ ਵੀ ਆਪਣੀ ਧਰਤੀ 'ਤੇ ਜੰਮੇ ਲੋਕ, ਇਸ ਧਰਤੀ 'ਤੇ, ਪੰਜਾਬ ਦੀ ਧਰਤੀ 'ਤੇ ਜੰਮੇ ਹੋਏ ਬੰਦੇ ਵੀ ਅੱਜ BJP ਦੇ ਨਾਲ ਚਮਚਾਗਿਰੀ ਕਰਦੇ ਆ, ਉਹਨਾਂ ਦੇ ਤਲਵੇ ਚੱਟਦੇ ਆ ਵੀ ਆਪਣੇ ਪੰਜਾਬ ਦੀ ਰੋਟੀ ਖਾ ਕੇ ਵੀ ਪੰਜਾਬ ਦੇ ਮਾੜਾ ਬੋਲਦੇ ਆ, ਪੰਜਾਬ ਦੇ ਕਿਸਾਨਾਂ ਬਾਰੇ ਪੁੱਠਾ ਬੋਲਦੇ ਆ। ਅਤੇ ਮੈਂ ਇੱਕ ਐਗਜ਼ਾਮਪਲ ਤੁਹਾਨੂੰ ਦਊਂਗਾ, ਇੱਕ ਕੁੱਤਾ ਵੀ, ਕੁੱਤੇ ਨੂੰ ਵੀ ਅਗਰ 2 ਵਕਤ ਦੀ ਰੋਟੀ ਪਾ ਦਈਏ ਨਾ, ਉਹ ਵੀ ਸਾਡੇ ਗੇਟ ਦੇ ਮੂਹਰੇ ਸਦੀਆਂ ਤੱਕ ਬਹਿੰਦਾ। ਅਤੇ ਵੀ ਇਹ ਤਾਂ ਕੁੱਤੇ ਨਾਲ ਵੀ ਗਏ ਗੁਜ਼ਰੇ ਨੇ ਜੀ, ਵੀ ਜਿਹੜੇ ਆਪਣੀ ਕਿਸਾਨਾਂ ਦੀ ਰੋਟੀ ਖਾ ਕੇ, ਸਾਡੇ ਕਿਸਾਨਾਂ ਦੀ ਰੋਟੀ ਖਾ ਕੇ ਵੀ ਅੱਜ ਕਿਸਾਨਾਂ ਬਾਰੇ ਪੁੱਠਾ ਬੋਲਦੇ। ਬਹੁਤ ਮੰਦਭਾਗੀ ਗੱਲ ਹੈ ਵੀ ਇਹਨਾਂ ਨੂੰ ਮੈਂ ਕੁੱਤਾ ਕਿਹਨੂੰ ਕਹਿ ਰਹੇ ਹੋ? ਹਰਜੀਤ ਗਰੇਵਾਲ ਨੂੰ? ਦੇਖੋ ਜੀ, ਮੈਂ ਕੁੱਤਾ ਉਹਨਾਂ ਨੂੰ ਨਹੀਂ ਕਹਿ ਰਿਹਾ, ਮੈਂ ਕੁੱਤਾ ਦੇ ਐਗਜ਼ਾਮਪਲ ਦੇ ਰਿਹਾ ਕਿ ਕੁੱਤੇ ਨੂੰ ਵੀ ਰੋਟੀ ਪਾਈ ਜਾਵੇ ਨਾ, ਵੀ ਉਹ ਵੀ ਸਾਡੇ ਦੀਵਾਰ 'ਤੇ ਬੈਠਾ ਹੁੰਦਾ, ਉਹ ਵੀ ਆਪਣੀ ਵਫਾਦਾਰੀ ਦੇ ਹੁੰਦਾ। ਇਹ ਤਾਂ ਪੰਜਾਬ ਦੇ ਨਾਲ ਗੱਦਾਰੀ ਕਰ ਰਹੇ ਆ। ਅਤੇ ਮੈਂ ਤਾਂ ਕਹਾਂਗਾ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਨੂੰ ਇਹਨਾਂ ਦੇ ਉੱਪਰ ਰਾਜ ਵਿਰੋਧ ਦਾ ਪਰਚਾ ਹੋਣਾ ਚਾਹੀਦਾ ਜੀ। ਅੱਜ ਕੋਈ ਹਿੰਦੁਸਤਾਨ ਬਾਰੇ ਜਾਂ ਮੋਦੀ ਖਿਲਾਫ ਕੋਈ ਬੋਲ ਦੇਵੇ ਤਾਂ ਉੱਤੇ ਦੇਸ਼ ਵਿਰੋਧ ਦਾ ਪਰਚਾ ਪਾਉਂਦੇ ਆ ਵੀ ਇਹ ਸਾਡੇ ਕਿਸਾਨਾਂ ਬਾਰੇ, ਸਾਡੇ ਪੰਜਾਬ ਬਾਰੇ ਪੁੱਠਾ ਬੋਲਦੇ। ਇਹਨਾਂ ਦੇ ਤਾਂ ਰਾਜ ਵਿਰੋਧ ਦਾ ਪਰਚਾ ਹੋਣਾ ਚਾਹੀਦਾ। ਮੈਂ ਮੰਗ ਕਰਦਾ ਇਹੋ ਜਿਹੇ ਨੇਤਾ, ਇਹੋ ਜਿਹੇ ਲੀਡਰਾਂ ਉੱਤੇ ਰਾਜ ਵਿਰੋਧ ਦਾ ਪਰਚਾ ਕਰਕੇ ਇਹਨਾਂ ਨੂੰ ਅੰਦਰ ਸੱਟਣਾ ਚਾਹੀਦਾ ਵੀ ਅੱਜ ਸਾਡੇ ਪੰਜਾਬ ਦੀ ਰੋਟੀ ਖਾ ਕੇ, ਪੰਜਾਬ 'ਚ ਜੰਮ ਕੇ ਅੱਜ ਪੰਜਾਬ ਨੂੰ ਪੁੱਠਾ ਬੋਲਦੇ ਹੋ, ਕੱਲ੍ਹ ਨੂੰ ਮੈਨੂੰ ਲੱਗਦਾ ਆਪਣੇ ਮਾਂ ਪਿਓ ਨੂੰ ਵੀ ਪੁੱਠਾ ਬੋਲਣਗੇ। ਤੇ ਇਹਨਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ, ਇਹਨਾਂ ਦਾ ਰਾਜ ਵਿਰੋਧ ਪਰਚਾ ਕਰਕੇ ਇਹਨਾਂ ਨੂੰ ਅੰਦਰ ਸੱਟਣਾ ਚਾਹੀਦਾ। ਮੈਂ ਤਾਂ ਆਹ ਕਹੂੰਗਾ ਜੀ। ਕਿਵੇਂ ਦੇਖਦੇ ਹੋ ਕਿ ਕਿਸਾਨ ਹੁਣ ਮੌਨਸੂਨ ਸੈਸ਼ਨ ਜਿਹੜਾ ਚੱਲ ਰਿਹਾ ਪਿਆ ਸੰਸਦ ਦੇ ਵਿੱਚ, ਤੇ ਕਿਸਾਨਾਂ ਨੇ ਵੀ ਆਪਣੀ ਸੰਸਦ ਆ ਜਿਹੜੀ ਲਗਾਈ ਹੋਈ ਹੈ ਮੌਨਸੂਨ ਇਜਲਾਸ ਨੂੰ ਲੈ ਕੇ, ਉਹ ਆਪਣੀ ਸੰਸਦ ਬਾਹਰ ਲਗਾ ਕੇ ਬੈਠੇ ਨੇ, ਰੋਜ਼ ਲੱਗਦੀ ਹੈ 9 ਤੋਂ 5 ਲੱਗਦੀ ਹੈ। ਬਹੁਤ ਵਧੀਆ ਗੱਲ ਹੈ ਇਹ। ਤੇ ਮੈਂ ਤਾਂ ਕਹਿੰਦਾ ਜੀ ਵੀ ਸਾਨੂੰ ਸਾਰਿਆਂ ਨੂੰ ਜਾਣਨਾ ਚਾਹੀਦਾ ਉੱਥੇ, ਵੀ ਜਿਹਨਾਂ ਨੂੰ ਜਾਣਦੇ ਮੌਕਾ ਮਿਲੇ ਜਾਣਾ ਚਾਹੀਦਾ। ਕੀ ਫਾਇਦਾ ਹੋਊਗਾ ਇਸ ਦਾ ਸੰਸਦ ਦਾ? ਦੇਖੋ ਜੀ, ਫਾਇਦਾ ਕਿਉਂ ਨਹੀਂ ਹੋਊਗਾ, ਇੱਕ ਮੈਜੋਰਟੀ ਹੋਊਗੀ, ਪੂਰੇ ਹਿੰਦੁਸਤਾਨ ਦੀ ਮੈਜੋਰਟੀ ਹੁਣ ਇਕੱਠੀ ਹੋਣ ਵਾਲੀ ਹੈ। 2024 ਨੇੜੇ ਆ ਗਏ, ਵੈਸੇ ਵੀ ਇਲੈਕਸ਼ਨ ਹੁਣ 4-5 ਸੀਟਾਂ ਦੇ ਇਲੈਕਸ਼ਨ ਹੋਣ ਵਾਲੇ ਆ। BJP ਨੂੰ ਮੂੰਹ ਵੀ ਖਾਣੀ ਪਊਗੀ, ਮੂੰਹ ਵੱਲ ਤੇ ਡਿੱਗਣਗੇ ਵੀ ਬਹੁਤ ਬੁਰਾ ਹਾਲ ਨਾ ਹੋਣ ਵਾਲਾ, ਵੀ ਇਹ ਦੇਸ਼ ਤੋਂ ਖਤਮ ਹੋ ਜਾਣਗੇ। ਬਾਕੀਆਂ ਪਾਰਟੀਆਂ ਨੂੰ ਕਹਿੰਦੇ ਵੀ ਇਹ ਫਲਾਨਾ ਪਾਰਟੀ ਮੁਕਤ ਹੋ ਜੂਗੀ, ਦੇਸ਼ ਮੁਕਤ ਹੋ ਜੂਗੀ, ਅੱਜ ਇਹਨਾਂ ਦੇ ਉਹ ਹਾਲਾਤ ਬਣ ਜਾਣਗੇ ਵੀ ਇਹਨਾਂ ਨੂੰ ਕਿਸੇ ਕੁੱਤੇ ਨੇ ਵੀ ਨਹੀਂ ਪੁੱਛਣਾ, ਇਹ ਹਾਲਾਤ ਹੋ ਜਾਣਗੇ। ਜਸਰਾਜ ਜੀ, ਸਿੱਧੂ ਸਾਹਿਬ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ? ਪਿਆਸਾ ਖੂਹ ਕੋਲੇ ਚੱਲ ਕੇ ਆਉਂਦਾ, ਖੂਹ ਨੇ ਪਿਆਸੇ ਕੋਲੇ ਜਾਂਦਾ। ਕਿਸਾਨ ਜਥੇਬੰਦੀਆਂ ਨੇ ਬੜਾ ਤਕੜਾ ਇਸ ਚੀਜ਼ ਦਾ ਵਿਰੋਧ ਜਿਹੜਾ ਕੀਤਾ ਆ ਕਿ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ। ਦੇਖੋ ਜੀ, ਪਿਆਸਾ ਸਿੱਧੂ ਸਾਹਿਬ ਨੇ ਆਪਣੇ ਆਪ ਨੂੰ, ਖੂਹ ਸਾਡੇ ਹੈਗੇ ਕਿਸਾਨ ਦਾ ਸਿੱਧੂ ਸਾਹਿਬ ਨੇ ਆਪਣੇ ਆਪ ਨੂੰ ਪਿਆਸਾ ਕਿਹਾ? ਬਿਲਕੁਲ 500% ਕਿਹਾ ਗਿਆ। ਇਹ ਤੇ ਆਪੋਜੀਸ਼ਨ ਜਿਹੜੇ ਬੈਠੀ ਹੈ ਉਹ ਕਹਿੰਦੇ ਆ ਵੀ ਕਿਸਾਨਾਂ ਨੇ ਇੱਦਾਂ ਦੀ ਗੱਲ ਨਹੀਂ ਕਿ ਵੀ ਅਸੀਂ ਉੱਥੇ ਜਾਵਾਂਗੇ, ਇਹ ਸਾਡਾ ਫਰਜ਼ ਬਣਦਾ। ਇਹ ਸਿੱਧੂ ਸਾਹਿਬ ਦਾ ਆਪ ਦਾ ਫਰਜ਼ ਹੈ। ਸਿੱਧੂ ਸਾਹਿਬ ਨੇ ਆਪਣੇ ਨੂੰ ਪਿਆਸਾ ਕਿਹਾ, ਅਸੀਂ ਪਿਆਸੇ ਆ ਨਾ, ਵੀ ਉਹ ਫਸਲ ਲਾਉਂਦੇ ਆ, ਖਾਂਦੇ ਅਸੀਂ ਆ, ਠੀਕ ਹੈ ਨਾ, ਤੇ ਪਿਆਸਾ ਅਸੀਂ ਹੋਏ। ਪਰ ਕਿਤੇ ਨਾ ਕਿਤੇ ਸਿੱਧੂ ਸਾਹਿਬ ਦੇ ਬਿਆਨ ਤੋਂ ਇਹ ਜ਼ਾਹਿਰ ਹੁੰਦਾ ਕਿ ਪਿਆਸਾ ਖੂਹ ਕੋਲੇ ਆਂਦਾ, ਯਾਨੀ ਕਿ ਕਿਸਾਨਾਂ ਨੂੰ ਇਸ ਵੇਲੇ ਲੋੜ ਹੈ ਗੱਲਬਾਤ ਕਰਨ ਦੀ, ਤਾਂ ਕਿਸਾਨ ਚੱਲ ਕੇ ਸਾਡੇ ਕੋਲੇ ਆਉਣ। ਬਿਲਕੁਲ ਨਹੀਂ, ਕਿਸਾਨਾਂ ਨੂੰ ਲੋੜ ਨਹੀਂ ਹੈਗੀ, ਕਿਸਾਨਾਂ ਕੋਲ ਸਾਨੂੰ ਜਾਣ ਦੀ ਲੋੜ ਹੈ।
मैं पूरे देश दी पूरे पंजाब दे लोकां नूं कहना भी किसानां नाल खड़ो, भी किसान हैगे तो जहान हैगा, किसान हैगा तो देश हैगा, ਤੇ ਕਿਸਾਨਾਂ ਨਾਲ ਖੜਨਾ ਚਾਹੀਦਾ। ਔਰ ਜਿਹੜੇ ਇਦਾਂ ਦੇ ਬਿਆਨ ਤੁਸੀਂ ਕਹਿ ਰਹੇ ਹੋ ਪਿਆਸਾ ਖੂਹ ਕੋਲ ਆਉਂਦਾ ਜਾਂ ਖੂਹ ਪਿਆਸੇ ਕੋਲ ਜਾਂਦਾ, ਤੇ ਪਿਆਸਾ ਹਮੇਸ਼ਾ ਖੂਹ ਕੋਲ ਜਾਂਦਾ, ਤਾਂ ਕਿਸਾਨ ਖੂਹ ਨੇ ਤੇ ਪਿਆਸੇ ਅਸੀਂ ਆ। ਤੇ ਸਿੱਧੂ ਸਾਹਿਬ ਨੇ ਵੀ ਇਹੀ ਕਿਹਾ, ਬਟ ਉਹਨਾਂ ਨੂੰ ਲਿਆ ਗਲਤ ਮਤਲਬ ਤੇ ਤਰੀਕੇ ਨਾਲ ਲੈ ਲਿਆ ਗਿਆ, ਬਟ ਪਿਆਸਾ ਅਸੀਂ ਆ, ਸਿੱਧੂ ਸਾਹਿਬ ਪਿਆਸੇ ਨੇ। ਵੀ ਸਿੱਧੂ ਸਾਹਿਬ ਨੇ ਪਹਿਲਾਂ ਵੀ ਕਿਹਾ ਵੀ ਮੈਨੂੰ ਜਿੱਥੇ ਬੁਲਾਣਗੇ ਮੈਂ ਨੰਗੀ ਪੈਰੀ ਜਾਊਂਗਾ। ਹੁਣ ਬੁਲਾਉਣ ਦੀ ਗੱਲ ਨਹੀਂ, ਹੁਣ ਸਿੱਧੂ ਸਾਹਿਬ ਆਪ ਜਾਣਗੇ, ਕਿਸਾਨਾਂ ਕੋਲ ਜਾਣਗੇ, ਕਿਸਾਨਾਂ ਜਥੇਬੰਦੀਆਂ ਨਾਲ ਮਿਲਣਗੇ, ਵੀ ਜੋ ਵੀ ਹੱਲ ਆਪਾਂ ਜੋ ਵੀ ਉਹਨਾਂ ਦੇ ਬੈਸਟ ਲਈ ਕਰ ਸਕਦੇ ਆ, ਵਧੀਆ ਲਈ ਕਰ ਸਕਦੇ ਆ, ਉਹ ਡੈਫੀਨਿਟਲੀ ਸਿੱਧੂ ਸਾਹਿਬ ਕਰਨਗੇ। ਔਰ ਸਾਰਿਆਂ ਨੂੰ ਕਰਨਾ ਚਾਹੀਦਾ, ਮੈਂ ਤਾਂ ਕਹਿੰਦਾ ਹਰ ਇੱਕ ਪੰਜਾਬੀ ਨੂੰ ਕਰਨਾ ਚਾਹੀਦਾ। ਇਹ ਮਾਣ ਵਾਲੀ ਗੱਲ ਹੋਊਗੀ, ਅਗਰ ਪੰਜਾਬ ਦਾ ਇੱਕ ਵੀ ਬੰਦਾ ਅਗਰ ਕਿਸਾਨ ਨਾਲ ਨਹੀਂ ਖੜਦਾ ਤਾਂ ਮੈਨੂੰ ਨਹੀਂ ਲੱਗਦਾ ਉਹ ਪੰਜਾਬ ਦਾ ਪੁੱਤ ਹੈਗਾ, ਪੰਜਾਬ ਦਾ ਰਹਿਣ ਵਾਲਾ। ਤੇ ਅੱਜ ਇਹ ਕਈ ਮੈਂ ਜਥੇਬੰਦੀਆਂ ਦੇਖੀਆਂ, ਹਿੰਦੂ ਜਥੇਬੰਦੀਆਂ, ਵੀ ਹਿੰਦੂ ਪ੍ਰਧਾਨ ਮੰਤਰੀ ਜਾਂ ਹਿੰਦੂ ਮੁੱਖ ਮੰਤਰੀ ਬਣਾਇਆ ਜਾਵੇ। ਠੀਕ ਹੈ, ਬਣਾਇਆ ਜਾਏਗਾ, ਕਿਉਂ ਨਹੀਂ ਬਣਾਇਆ ਜਾਏਗਾ। ਪਹਿਲਾਂ ਇੱਕ ਹਿੰਦੂ ਪ੍ਰਧਾਨ ਮੰਤਰੀ ਬਣਾਇਆ ਹੈ ਨਰਿੰਦਰ ਮੋਦੀ, ਗੁਜਰਾਤ ਮਾਡਲ ਦੇਖ ਲਿਆ ਲੋਕਾਂ ਨੇ, ਤਬਾਹ ਕਰਤਾ ਜੀ ਪੂਰੇ ਦੇਸ਼ ਨੂੰ, ਪੂਰਾ ਦੇਸ਼ ਵੇਚਤਾ। ਤੇ ਇੱਕ ਉਹ ਆਇਆ ਹੁਣ, ਇੱਕ ਅਰਵਿੰਦ ਕੇਜਰੀਵਾਲ ਆਇਆ, ਹਮ ਦਿੱਲੀ ਮਾਡਲ ਦਿਖਾएंगे ਪੰਜਾਬ। ਪੰਜਾਬ ਨੂੰ ਤੁਸੀਂ ਦਿੱਲੀ ਮਾਡਲ ਕਿਵੇਂ ਦਿਖਾਓਗੇ ਜੀ? ਪੰਜਾਬ ਆਪਣੇ ਆਪ 'ਚ ਇੱਕ ਮਾਡਲ ਹੈ। ਪੰਜਾਬ ਪੂਰਾ ਵਰਲਡ ਨੂੰ ਖਿਲਾਉਣ ਦੀ ਗਰੰਟੀ ਦਿੰਦਾ। ਉਹ ਆ ਕੇ ਇੱਕ ਬੰਦਾ ਵੀ ਪੰਜਾਬ ਨੂੰ ਗਰੰਟੀ ਦਿੰਦਾ 300 ਯੂਨਿਟ ਬਿਜਲੀ ਫਿਰ ਫਰੀ ਦੇਵਾਂਗੇ। ਬਹੁਤ ਮੰਦੇ ਬਾਕੀ ਗੱਲ ਹੈ, ਇਹਨਾਂ ਨੂੰ ਸਿਰਫ ਰਾਜਨੀਤੀ ਕਰਨੀ ਆਉਂਦੀ। ਅੱਜ ਦੇਖੋ ਦਿੱਲੀ ਦੇ ਹਾਲਾਤ ਕੀ ਨੇ, ਬੱਸਾਂ ਸੜਕਾਂ 'ਚ ਤੈਰ ਰਹੀਆਂ ਪਾਣੀ 'ਚ। ਜੀ ਚਲੋ ਖੈਰ ਆਪਾਂ ਗੱਲਬਾਤ ਕਰਦੇ ਹਾਂ ਕਿਸਾਨੀ ਮੁੱਦੇ ਦੇ ਉੱਤੇ। ਆਰਐਸਐਸ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ? ਸ਼ੁਰੂਆਤੀ ਦੌਰ ਤੋਂ ਹੀ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਕਿਸਾਨ ਵਿਰੋਧੀ ਨੇ ਆਰਐਸਐਸ, ਬੀਜੇਪੀ ਕਿਸਾਨ ਵਿਰੋਧੀ ਹੈ। ਦੀਪ ਸਿੱਧੂ ਆਰਐਸਐਸ ਦਾ ਪਲਾਂਟ ਕੀਤਾ ਹੋਇਆ ਬੰਦਾ ਹੈ, ਤੇ ਤੁਸੀਂ ਆਰਐਸਐਸ ਦੇ ਵਰਕਰ ਹੋ, ਤੁਸੀਂ ਕਿਸਾਨਾਂ ਦੇ ਹੱਕ 'ਚ ਗੱਲ ਕਰਦੇ ਹੋ। ਬਿਲਕੁਲ ਠੋਕ ਕੇ ਮੈਂ ਤੁਹਾਨੂੰ ਪਹਿਲੇ ਕਿਹਾ, ਮੈਂ ਇਸ ਧਰਤੀ ਦਾ ਪੁੱਤ, ਇਸ ਧਰਤੀ 'ਤੇ ਜੰਮਿਆ, ਮੈਂ ਇਸ ਜ਼ਮੀਨ 'ਤੇ ਜੰਮਿਆ, ਇਸ ਮਿੱਟੀ 'ਤੇ ਜੰਮਿਆ, ਤੇ ਪਹਿਲਾਂ ਮੈਂ ਪੰਜਾਬ ਦਾ ਪੁੱਤ। ਕੀ ਆਰਐਸਐਸ ਸੰਗਠਨ ਵਾਲੇ ਵੀ ਬਾਕੀ ਦੇ ਸਾਰੇ ਜਿਹੜੇ ਹੈਗੇ ਨੇ ਕਿਸਾਨਾਂ ਦੇ ਹੱਕ 'ਚ? ਬਿਲਕੁਲ ਹੱਕ 'ਚ ਨੇ, ਕਿਉਂ ਨਹੀਂ ਹੱਕ 'ਚ ਜੀ? ਫਿਰ ਕਿਸਾਨਾਂ ਨੂੰ ਕਿਉਂ ਨਹੀਂ ਸਮਝ ਆਉਂਦੀ ਇਸ ਚੀਜ਼ ਦੀ? ਦੇਖੋ ਜੀ, ਇਹ ਆਪਣੀ ਗੱਲ ਹੈਗੀ ਹੈ, ਆਪਣਾ ਕਹਿਣ ਦਾ ਤਰੀਕਾ ਹੈ। ਆਪਣੇ ਆਰਐਸਐਸ ਵਾਲੇ ਵੀ ਬਹੁਤ ਆਪਣੀ ਪਰਸਨਲੀ ਥਾਟਸ ਲੈ ਕੇ ਦੱਸਦੇ ਆ ਵੀ ਅਸੀਂ ਕਿਸਾਨਾਂ ਦੇ ਨਾਲ ਆ। ਮੈਂ ਦੱਸੀ ਤੇ ਜਾਂਦਾ, ਜਿਹੜਾ ਪੰਜਾਬ 'ਚ ਰਹਿੰਦਾ, ਜਿਹੜਾ ਕਿਸਾਨਾਂ ਦੇ ਨਾਲ ਨਹੀਂ, ਉਹ ਪੰਜਾਬੀ ਨਹੀਂ। ਜਿਹੜਾ ਅੱਜ ਬੀਜੇਪੀ ਦਾ ਵਿਰੋਧ ਜਿਹੜਾ ਲਗਾਤਾਰ ਹੋ ਰਿਹਾ ਪੰਜਾਬ ਦੇ ਵਿੱਚ ਵੀ ਕਈ ਇਦਾਂ ਦੇ ਹਾਦਸੇ ਜਿਹੜੇ ਹੋ ਚੁੱਕੇ ਆ ਕਿ ਬੀਜੇਪੀ ਲੀਡਰਾਂ ਦਾ ਵਿਰੋਧ ਹੁੰਦਾ, ਕੁੱਟਮਾਰ ਵੀ ਕਈ ਥਾਵਾਂ ਤੇ ਹੋ ਚੁੱਕੀ ਹੈ। ਕਿਵੇਂ ਦੇਖਦੇ ਹੋ ਕਿ ਕਿਸਾਨਾਂ ਦੇ ਵਿੱਚ ਕੋਈ ਸ਼ਰਾਰਤੀ ਅੰਸਰ ਇਦਾਂ ਰਲ ਜਾਂਦੇ ਆ ਜਾਂ ਕਿਸਾਨਾਂ ਵੱਲੋਂ ਇਹ ਚੀਜ਼ ਹੁੰਦੀ ਹੈ? ਨਹੀਂ, ਦੇਖੋ ਜੀ, ਕਿਸਾਨਾਂ ਨੇ ਕਿਸੇ ਤੇ ਨਾ ਹੀ ਹਮਲਾ ਕੀਤਾ, ਨਾ ਹੀ ਕੁਝ ਪੁੱਠਾ ਕੀਤਾ। ਤੇ ਬੀਜੇਪੀ ਵਾਲੇ ਆ ਕੇ ਸਾਹਮਣੇ ਦੀ ਅਗਰ ਪ੍ਰਵੋਕ ਕਰਨਗੇ, ਉਕਸਾਣਗੇ, ਤੇ ਦੇਖੋ ਜੀ ਕੋਈ ਨਾ ਕੋਈ ਉਹਦਾ ਰਿਐਕਸ਼ਨ, ਐਕਸ਼ਨ ਦਾ ਰਿਐਕਸ਼ਨ ਮਿਲਦਾ ਜੀ। ਉਹ ਐਕਸ਼ਨ ਕਰਦੇ ਆ, ਉਹਦਾ ਰਿਐਕਸ਼ਨ ਮਿਲਦਾ। ਅਗਰ ਬਦਜ਼ਬਾਨੀਆਂ ਕਰਦੇ ਆ, ਗਲਤ ਪੁੱਠਾ ਬੋਲਦੇ ਕਿਸਾਨਾਂ ਨੂੰ, ਤਾਂ ਉਹਦਾ ਤਾਂ ਭੁਗਤਣਾ ਪੈਣਾ ਜੀ ਉਹਨਾਂ ਨੂੰ। ਵੀ ਇਹ ਕਿ ਨਹੀਂ ਤੁਸੀਂ ਬੋਲ ਕੇ ਭੱਜੋਗੇ ਤਾਂ ਭੱਜਣ ਤੇ ਤੁਹਾਨੂੰ ਦਿੰਦੇ ਨਹੀਂ ਜੀ, ਸਿੱਧੀ ਗੱਲ ਹੈ। ਕਿਸਾਨਾਂ ਬਾਰੇ ਪੁੱਠਾ ਬੋਲੋਗੇ ਤਾਂ ਤੁਹਾਨੂੰ ਮੂੰਹ ਦੀ ਖਾਣੀ ਪੈਣੀ ਹੈ, ਇਹ ਗਰੰਟੀ ਹੈ ਜੀ। ਅੱਛਾ, ਨਿਊਜ਼ੀਲੈਂਡ, ਇੰਗਲੈਂਡ, ਆਸਟ੍ਰੇਲੀਆ ਦੀ ਜਿਹੜਾ ਪਾਰਲੀਮੈਂਟ ਦੇ ਵਿੱਚ ਇੱਕ ਕਿਸਾਨੀ ਧਰਨਾ ਜਿਹੜਾ ਇੰਡੀਆ ਦੇ ਵਿੱਚ ਚੱਲਦਾ ਪਿਆ, ਇਸ ਦੀ ਚਰਚਾ ਹੁੰਦੀ ਹੈ, ਤੇ ਸਾਡੇ ਸੰਸਦ ਦੇ ਵਿੱਚ ਕਿਉਂ ਨਹੀਂ ਹੁੰਦੀ? ਜੇ ਹੁੰਦੀ ਹੈ ਤੇ ਇੱਥੇ ਕਾਰਵਾਈ ਜਾਂ ਕੋਈ ਇਹਨਾਂ ਦੀਆਂ ਮੰਗਾਂ ਜਿਹੜੀ ਕਿਉਂ ਨਹੀਂ ਮੰਨੀਆਂ ਜਾਂਦੀਆਂ? ਦੂਸਰੀ ਗੱਲ ਕਿ ਬੀਜੇਪੀ ਕਹਿੰਦੀ ਹੈ ਕਿ 3 ਬਿੱਲ ਕਿਸਾਨਾਂ ਦੇ ਹੱਕ ਵਿੱਚ ਨੇ। ਜੇ ਹੱਕ ਵਿੱਚ ਨੇ ਤਾਂ ਫਿਰ ਕਿਸ ਤਰ੍ਹਾਂ, ਫਿਰ ਵਿਰੋਧ ਕਿਉਂ? ਦੇਖੋ ਜੀ, ਹੱਕ ਤੇ ਨੇ ਕਿਸਾਨ। ਜਿਹੜੀ ਸੰਸਦ ਹੈਗੀ ਉੱਥੇ ਆਪਣੇ ਇੰਡੀਅਨ ਪਾਰਲੀਮੈਂਟ ਜਿਹੜੀ ਹੈਗੀ ਸੰਸਦ ਭਵਨ, ਇਹ ਸਾਰੇ ਲੀਡਰ ਨਾ ਜਿਹੜੇ ਆਪਸੀ ਮਿਲੇ ਹੋਏ ਆ ਜੀ। ਵੀ ਜਿਹੜਾ ਬਿੱਲ ਪਾਸ ਹੋਇਆ ਸੀਗਾ, ਇਹਨਾਂ ਦੀ ਸਾਰਿਆਂ ਦੀ ਰਜ਼ਾਮੰਦੀ ਸੀਗੀ। ਵੀ ਕਈ ਲੀਡਰਾਂ ਨੂੰ ਮੈਂ ਦੇਖਿਆ ਜੀ, ਮੈਂ ਸਾਈਨ ਕੀਤੇ ਨਹੀਂ, ਮੈਂ ਭੱਜ ਕੇ ਆ ਗਿਆ। ਤੁਸੀਂ ਭੱਜ ਗਏ, ਇਹ ਭੱਜੇ ਹੋਏ ਬੰਦੇ ਨੇ ਜੀ ਸਾਰੇ, ਇਹ ਆਪਸੀ ਸਾਰੇ ਮਿਲੇ ਹੋਏ ਆ। ਬਾਕੀ ਜਿਹੜੀ ਬਾਹਰਲੀ ਪਾਰਲੀਮੈਂਟ ਹੈਗੀ, ਉਹਨਾਂ ਦੀ ਸਿੰਸੈਰਿਟੀ ਬਹੁਤ ਜ਼ਿਆਦਾ ਹੈ। ਉਹ ਆਪਣੇ ਦੇਸ਼ ਦੇ ਲੋਕਾਂ ਨੂੰ ਲਾਇਬਿਲਿਟੀ ਨਹੀਂ, ਐਸੈਟ ਸਮਝਦੇ ਆ। ਆਪਣੇ ਦੇਸ਼ ਦੇ ਲੋਕਾਂ ਨੂੰ ਲਾਇਬਿਲਿਟੀ ਸਮਝਦੇ, ਐਸੈਟ ਨਹੀਂ ਸਮਝਦੇ, ਜਦਕਿ ਸਾਡੇ ਦੇਸ਼ ਦੇ ਹਰ ਇੱਕ ਆਦਮੀ ਦੇਸ਼ ਦਾ ਐਸੈਟਸ ਹੈ। ਬਟ ਇਹ ਜੋ ਪ੍ਰਧਾਨ ਮੰਤਰੀ ਬੈਠਾ, ਇਹ ਤਾਨਾਸ਼ਾਹ, ਸਾਫ਼ ਲਫ਼ਜ਼ਾਂ 'ਚ ਮੈਂ ਕਹੂੰਗਾ, ਇਸ ਤੋਂ ਵੱਡਾ ਤਾਨਾਸ਼ਾਹ ਹਿੰਦੁਸਤਾਨ 'ਤੇ ਨਾ ਹੀ ਆਇਆ, ਨਾ ਹੀ ਆਊਗਾ ਇਹ ਹਿਸਟਰੀ 'ਚ। ਬਾਕੀ ਰਹੀ ਕਿਸਾਨਾਂ ਦੀ ਗੱਲ, ਕਿਸਾਨਾਂ ਦੇ ਨਾਲ ਠੋਕ ਕੇ ਖੜਨਾ। ਮੈਂ ਪਰਸਨਲੀ ਤੌਰ ਤੇ, ਮੇਰੇ ਨਾਲ ਜਿਹੜੇ ਮੇਰੇ ਯਾਰ ਦੋਸਤ ਸਾਥੀ ਮੇਰੇ ਜਿਹੜੇ ਹੈਗੇ ਪਿੰਡ ਦੇ ਸਾਰੇ ਖੜਦੇ ਆ, ਔਰ ਖੜਨਗੇ। ਕਿਉਂ ਨਹੀਂ ਖੜਨਾ ਚਾਹੀਦਾ, ਕਿਉਂਕਿ ਸਾਡੇ ਅੰਨਦਾਤਾ ਨੇ। ਅੱਜ ਤੇ ਬਿਲਕੁਲ ਖੜਾਂਗੇ ਜੀ ਇਹਨਾਂ। ਔਰ ਜਿਹੜਾ ਵੀ ਬਦਜ਼ਬਾਨੀ ਕਰੂਗਾ, ਇਹ ਗਿਆਨੀ ਮਿਸਟਰ ਗਿਆਨੀ ਹੈਗੇ ਬੀਜੇਪੀ ਦੇ ਲੀਡਰ ਨੇ, ਉਹ ਕਹਿੰਦੇ ਆ ਵੀ ਦੇਖੋ ਜੀ, ਇਹ ਡੱਬੇ 'ਚ ਅਸੀਂ ਸਭ ਕੁਝ ਪਾਇਆ ਸੀਗਾ, ਫਲਾਨਾ ਪਾਇਆ। ਇਹ ਡੱਬਾ ਆਪ ਕਹਿੰਦੇ ਆ ਡੱਬੇ 'ਚ ਪਾਇਆ। ਜਦੋਂ ਡੱਬੇ 'ਚ ਸਾਰਾ ਕੁਝ ਕੱਢਤਾ ਤਾਂ ਡੱਬਾ, ਹੁਣ ਡੱਬੇ ਨੂੰ ਅਸੀਂ ਕਹਿ ਰਹੇ ਡੱਬਾ ਹੀ ਹੈਗਾ, ਤੁਹਾਡਾ ਡੱਬਾ ਹੀ ਹੈ, ਡੱਬੇ ਨੂੰ ਹਟਾ ਦਿਓ, ਕਾਨੂੰਨ ਨੂੰ ਰੱਦ ਕਰ ਦਿਓ, ਤਾਂ ਸਾਰੀ ਗੱਲ ਸੁਲਝ ਜਾਂਦੀ ਹੈ। ਇਹ ਡੱਬਾ ਜਿਹੜਾ ਹੈਗਾ, ਹੁਣ ਡੱਬੀ ਹੈ ਤੁਹਾਡੇ ਕੋਲ, ਔਰ ਅੱਗਾਂ ਵੀ ਡੱਬਾ ਹੀ ਰਹੇਗਾ। ਇਹ ਡੱਬੇ ਨੂੰ ਰੱਦ ਕਰੋ,
ਸਾਡੀ ਕਿਸਾਨ ਸਾਡੇ ਗੱਲ ਜਥੇਬੰਦੀਆਂ ਤਾਂ ਉਹੀ ਹੈ ਨਾ, ਉਹ ਕਹਿੰਦੇ ਅਸੀਂ ਕਿਸਾਨਾਂ ਦੇ ਹੱਕ ਵਿੱਚ ਫਾਇਦੇ ਵਾਸਤੇ ਕਾਨੂੰਨ ਬਣਾਏ ਨੇ। ਉਹ ਗੱਲ ਉਹੀ ਹੈ ਨਾ ਕਿ ਬੰਨ ਕੇ ਖੀਰ ਖਵਾਉਣ ਵਾਲਾ ਕੰਮ ਹੋ ਗਿਆ। ਉਹ ਕਹਿੰਦੇ ਅਸੀਂ ਨਹੀਂ ਖਾਣੀ ਖੀਰ, ਨਹੀਂ ਇਹ ਸਾਨੂੰ ਵਧੀਆ ਲੱਗਦੀ, ਸਾਨੂੰ ਜੇ ਤੁਸੀਂ ਸਾਡੇ ਹੱਕ ਵਾਸਤੇ ਕਾਨੂੰਨ ਬਣਾਏ ਆ ਸਾਨੂੰ ਨਹੀਂ ਚੰਗੇ ਲੱਗਦੇ, ਨਹੀਂ ਚਾਹੀਦੇ ਤਾਂ ਰੱਦ ਕਰੋ। ਇਹ 'ਚ ਦਿੱਕਤ ਕੀ ਹੈ? ਇਹ ਰੱਦ ਕਰਨਾ ਪੈਣਾ ਜੀ, ਕਿਸੇ ਦੇ ਬਾਪ ਦਾ ਹਿੰਦੁਸਤਾਨ ਨਹੀਂ ਹੈਗਾ। ਇਹ ਕਹਿੰਦੇ ਨਾ ਵੀ ਰੱਦ ਨਹੀਂ ਹੋਏਗਾ, ਇਹ ਜਿਹੜੇ ਕਹਿੰਦੇ ਨੇ ਨਾ ਨਹੀਂ ਹੋਏਗਾ, ਹਰਜੀਤ ਸਿੰਘ ਗਰੇਵਾਲ ਤਾਂ ਬਹੁਤ ਵਾਰ ਮੈਂ ਮੂੰਹ 'ਚ ਸੁਣਿਆ ਵੀ ਇਹ ਕਾਨੂੰਨ ਰੱਦ ਨਹੀਂ ਹੋਣਗੇ। ਕਿਸੇ ਦਾ ਬਾਪ ਦਾ ਹਿੰਦੁਸਤਾਨ ਨਹੀਂ ਹੈਗਾ, ਇਹ ਰੱਦ ਕਰਾ ਕੇ ਰਹਾਂਗੇ। ਪੰਜਾਬੀਆਂ ਦਾ ਇਤਿਹਾਸ, ਗਰੇਵਾਲ ਸਾਹਿਬ ਤੁਹਾਨੂੰ ਪਤਾ ਨਹੀਂ ਹੋਣਾ ਵੀ ਤੁਸੀਂ ਕਿਹਾ ਆਪਣੇ ਆਪ ਨੂੰ ਤਾਂ ਹੈਗੇ ਤੁਸੀਂ ਜੱਟ, ਬਟ ਤੁਹਾਡੀ ਜੱਟਾਂ ਵਾਲੀ ਹਰਕਤਾਂ ਨਹੀਂ ਹੈਗੀਆਂ ਵੀ ਇਹ ਤੁਸੀਂ ਇੱਕ ਟੱਟੂ ਬਣ ਕੇ ਬੈਠੇ ਹੋ ਬੀਜੇਪੀ ਦੇ। ਇਹ ਰੱਦ ਕਰਾ ਕੇ ਦਿਖਾਣਗੇ ਪੰਜਾਬੀ। ਪੰਜਾਬੀਆਂ ਦਾ ਇਤਿਹਾਸ ਪੜ੍ਹ ਕੇ ਦੇਖ ਲਓ ਵੀ ਇਹਨਾਂ ਨੂੰ ਭਜਾਵਾਂਗੇ ਅਸੀਂ, ਜਿਹੜੇ ਆ ਤਾਨਾਸ਼ਾਹ ਬੈਠੇ ਆ ਨਾ ਭਜਾਵਾਂਗੇ। ਅੱਛਾ, ਕਿਵੇਂ ਲੱਗਦਾ ਕਿ ਪੰਜਾਬ ਦੇ ਵਿੱਚ ਲਗਾਤਾਰ ਪਹਿਲੋਂ ਕਾਰਪੋਰੇਟ ਘਰਾਣਿਆਂ ਦੇ ਰਿਲਾਇੰਸ ਪੰਪ ਸੀਗੇ ਜਿਹੜੇ, ਉਹਨਾਂ ਦਾ ਵਿਰੋਧ ਹੋਇਆ, ਉਸ ਤੋਂ ਬਾਅਦ ਕਿਸਾਨਾਂ ਵੱਲੋਂ ਇੱਕ ਜਾਗਰੂਕਤਾ ਲਹਿਰ ਆ ਜਿਹੜੀ ਚਲਾਈ ਗਈ ਕਿ ਕਾਰਪੋਰੇਟ ਘਰਾਣਿਆਂ ਦੇ ਬਣੇ ਪ੍ਰੋਡਕਟ ਜਿਹੜੇ ਅਸੀਂ ਆਪਣੇ ਰਸੋਈ ਦੇ ਵਿੱਚ ਯੂਜ਼ ਕਰਦੇ ਹਾਂ ਯੂਜ਼ ਨਾ ਕੀਤੇ ਜਾਣ। ਉਸ ਤੋਂ ਬਾਅਦ ਕਿਸਾਨ ਹੱਟ ਜਾਂ ਕਿਸਾਨ ਇਸ ਤਰ੍ਹਾਂ ਦੇ ਕੋਈ ਸ਼ੋਰੂਮ ਖੋਲ੍ਹਦੇ ਨੇ ਜਿੱਥੇ ਕਿ ਗਰੋਸਰੀ ਮਿਲਦੀ ਹੈ, ਸਾਰਾ ਸਮਾਨ ਮਿਲਦਾ ਜੋ ਕਿ ਉਹਨਾਂ ਨੇ ਆਪਣਾ ਤਿਆਰ ਕਰਵਾਇਆ ਹੈ। ਅਤੇ ਕਿਤੇ ਨਾ ਕਿਤੇ ਲਗਾਤਾਰ ਜਿਹੜਾ ਵਿਰੋਧ ਸੀਗਾ ਪੰਪਾਂ ਤੋਂ ਬਾਅਦ ਉਹਨਾਂ ਦੇ ਖਾਣੇ ਦਾ ਜੋ ਖਾਣੇ ਦੇ ਇਸਤੇਮਾਲ ਕਰਦੇ ਪ੍ਰੋਡਕਟ ਨੇ ਉਹਨਾਂ ਦਾ ਹੋ ਰਿਹਾ, ਆਪਣੇ ਤਿਆਰ ਕੀਤੇ ਜਾ ਰਹੇ ਸ਼ੋਰੂਮ ਖੁੱਲ੍ਹਦੇ ਪਏ ਨੇ। ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਕਈ ਸ਼ੋਰੂਮ ਇੱਦਾਂ ਦੇ ਨੇ ਕਿ ਜਿਨ੍ਹਾਂ ਦੇ ਮਾਲਿਕਾਂ ਦੇ ਉੱਤੇ ਹੁਣ ਲਗਾਤਾਰ 2-3 ਪਰਚੇ ਵੀ ਦਰਜ ਹੋਏ ਨੇ ਤਾਂ ਕਿ ਇਹ ਕੰਮ ਆ ਜਿਹੜੇ ਇੱਥੇ ਹੀ ਰੁਕ ਜਾਣ। ਨਹੀਂ, ਇਹ ਦੇਖੋ ਜੀ, ਅਗਰ ਕਿਸਾਨ ਜਥੇਬੰਦੀਆਂ ਇਹ ਜਿਹੇ ਸਟੋਰ ਖੋਲ੍ਹਦੀ ਹੈ ਤਾਂ ਮੈਂ ਤਾਂ ਕਹਿੰਦਾ ਪੂਰੇ ਪੰਜਾਬ ਨੂੰ ਜਾਣਾ ਚਾਹੀਦਾ ਸਟੋਰ 'ਚ ਵੀ ਇਹਨਾਂ ਨੂੰ ਵਾਧਾ ਹੋਊਗਾ, ਕਿਸਾਨਾਂ ਨੂੰ ਵਾਧਾ ਹੋਣਾ ਚਾਹੀਦਾ ਵੀ ਇਹਨਾਂ ਨੂੰ ਬੈਨੀਫਿਟ ਹੋਵੇਗਾ। ਬਾਕੀ ਰਹੀ ਇਹ ਬੜੇ ਜਿਹੜੇ ਕਾਰਪੋਰੇਟ ਹਾਊਸ ਹੈਗੇ ਆ, ਅਦਾਨੀ ਅੰਬਾਨੀ, ਇਹ ਦੇਖੋ ਜੀ ਅਦਾਨੀ ਦੀ ਇਨਕਮ ਕਿੰਨੀ ਕੁ ਵੱਧ ਗਈ। ਲੋਕਡਾਊਨ 'ਚ ਪੂਰੇ ਵਰਲਡ ਦੀ ਇਨਕਮ ਘਟ ਗਈ, ਅਦਾਨੀ ਦੀ ਵੱਧ ਗਈ, ਕਿੰਨੇ 1000% ਵੱਧ ਗਈ। ਅਤੇ ਇਹ ਜਿਹੇ ਸਟੋਰ ਜਿਹੜੇ ਹਨ, ਫੋਰਚੂਨ ਆਇਲ ਨੇ, ਅਦਾਨੀ ਆਇਲ, ਜਿੰਨੇ ਵੀ ਆਇਲ ਨੇ, ਰਿਫਾਈਨਡ ਆਇਲ ਹੈ, ਇਹ ਸਾਰੇ ਮੈਨੂਫੈਕਚਰ ਅਦਾਨੀ ਕੰਪਨੀ ਹੀ ਕਰਦੀ ਹੈ। ਤਦ ਕਰਕੇ ਇਹ ਜਿਹੜੇ ਆਇਲ ਨੇ ਇਹਨਾਂ ਨੂੰ ਬਹਿਸ਼ਕਾਰ ਕਰਨਾ ਚਾਹੀਦਾ। ਇਹ ਜੇ ਖਾਣ ਪੀਣ ਦਾ ਵੀ ਬਹਿਸ਼ਕਾਰ ਕਰਨਾ ਚਾਹੀਦਾ ਐਟਲੀਸਟ ਪੰਜਾਬ ਦੇ, ਵੀ ਤਦ ਕਰਕੇ ਇਹਨਾਂ ਨੂੰ ਪਤਾ ਲੱਗੇ ਵੀ ਇਹ ਸਾਡਾ ਬਹਿਸ਼ਕਾਰ ਕਰਦੇ ਆ, ਵੀ ਇਹਨਾਂ ਨੂੰ ਆਪ ਨੂੰ ਸਮਝ ਆਉਣੀ ਚਾਹੀਦੀ ਹੈ। ਜਿਹੜੇ ਕਾਰਪੋਰੇਟ ਹਾਊਸ ਦੇ ਟੱਟੂ ਬਣ ਕੇ ਬੈਠੇ ਆ, ਇਹ ਟੱਟੂਆਂ ਨੂੰ ਭਜਾਵਾਂਗੇ ਅਸੀਂ, ਇਹ ਪੰਜਾਬ ਭਜਾਊਗਾ ਜੀ, ਇਹ ਗੱਲ ਪੱਕੀ ਹੈ, ਇਹਨਾਂ ਨੂੰ ਭੱਜਣਾ ਪੈਣਾ। ਅੱਛਾ, ਇੱਕ ਲੰਮਾ ਸਮਾਂ ਹੋ ਗਿਆ ਕਿਸਾਨਾਂ ਨੂੰ ਸੰਘਰਸ਼ ਦੇ ਉੱਤੇ ਬੈਠੇ ਆ। ਮੇਰੇ ਖਿਆਲ 'ਚ ਪੂਰੇ ਵਰਲਡ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਪਹਿਲਾ ਸੰਘਰਸ਼ ਜਿਹੜਾ ਇੰਨਾ ਲੰਮਾ ਸਮਾਂ ਚੱਲਿਆ ਔਰ ਹਾਲੇ ਵੀ ਪਤਾ ਨਹੀਂ ਕਿੰਨਾ ਲੰਮਾ ਸਮਾਂ ਚੱਲੇ। ਹਾਂ, ਨਹੀਂ, ਇਹ ਤਾਂ ਦੇਖੋ ਇਤਿਹਾਸ ਹੈ, ਇਹ ਵੀ ਹਮੇਸ਼ਾ ਇਤਿਹਾਸ 'ਚ ਪੰਜਾਬੀਆਂ ਨੇ ਆਪਣਾ ਇੱਕ ਰਿਕਾਰਡ ਦਰਜ ਕਰਾਇਆ ਹੈ, ਇਸ ਵਾਰ ਵੀ ਦਰਜ ਹੋਇਆ ਹੈ। ਬਟ ਚਲੋ ਮੰਦਭਾਗੀ ਗੱਲ ਹੈ ਵੀ ਮਾੜੇ ਕੰਮਾਂ ਨੂੰ ਲੈ ਕੇ ਇਹ ਦਰਜ ਹੋਇਆ, ਬਟ ਇਹ ਤਾਨਾਸ਼ਾਹ ਨੂੰ ਦੱਸਦੀ ਹੈ ਨਰਿੰਦਰ ਮੋਦੀ। ਅੱਛਾ, ਮੀਟਿੰਗਾਂ ਸਰਕਾਰ ਦੇ ਨਾਲ ਹੋਈਆਂ, ਬਾਰ-ਬਾਰ ਕਿਸਾਨੀ ਲੀਡਰਾਂ ਦੀਆਂ ਹੋਈਆਂ, ਕਿਸਾਨ ਜਾਂਦੇ ਰਹੇ ਨੇ, ਉਸ ਤੋਂ ਬਾਅਦ ਪਰ ਸਿੱਟਾ ਕੁਝ ਨਹੀਂ ਨਿਕਲਦਾ, ਨਤੀਜਾ ਕੁਝ ਨਹੀਂ ਨਿਕਲਦਾ। ਇਹ ਮੀਟਿੰਗਾਂ ਉਹਨਾਂ ਦੀ ਬਣੇ ਕਹਿੰਦਾ ਇੱਛਾ ਸ਼ਕਤੀ ਨਹੀਂ ਹੈਗੀ। ਜਿਹੜੇ ਮਿਨਿਸਟਰ ਹੈਗੇ ਨਰਿੰਦਰ ਤੋਮਰ, ਨਾਮ ਉਹਦਾ ਨਰਿੰਦਰ ਮੋਦੀ, ਇਹਦਾ ਨਾਮ ਨਰਿੰਦਰ ਤੋਮਰ, ਵੀ ਇਹ ਦੋਨੇ ਰਲੇ ਮਿਲੇ ਆ, ਵੀ ਦੋਨਾਂ ਦੇ ਆਪਸ। ਨਰਿੰਦਰ ਮੋਦੀ ਜਿਹੜੇ ਪ੍ਰਾਈਮ ਮਿਨਿਸਟਰ ਨੇ, ਵੀ ਉਹਨਾਂ ਉਹ ਕੀ ਮੰਗਦੇ ਆ? ਉਹ ਕਹਿੰਦੇ ਆ ਵੀ ਮੇਰੇ ਹੱਥ 'ਚ ਰਿਮੋਟ ਰਵੇ, ਮੈਂ ਰਿਮੋਟ ਨਾਲ ਚਲਾਵਾਂ। ਇਹ ਮਿਨਿਸਟਰ ਜਿਹੜੇ ਹੈਗੇ ਰਿਮੋਟ ਨੇ, ਇਹਨਾਂ ਕੋਲ ਬਹੁਤਾ ਪਾਵਰ ਨਹੀਂ ਹੈਗੀ। ਇਹਨਾਂ ਨੂੰ ਕਹਿ ਦਿੰਦੇ ਆ ਵੀ ਕਿਸਾਨ ਜਥੇਬੰਦੀਆਂ ਨੂੰ ਬੁਲਾ ਲਿਆ ਇਹਨਾਂ ਨੇ ਵੀ ਆਓ ਜੀ ਤੁਹਾਡੇ ਨਾਲ ਗੱਲਬਾਤ ਕਰਦੇ ਆ। ਇਹ ਗੱਲਬਾਤ ਕੁਝ ਨਹੀਂ ਹੈ। ਕਿਸਾਨ ਜਥੇਬੰਦੀਆਂ ਜਾਂਦੀਆਂ, ਗੱਲ ਉਹਨਾਂ ਦੀ ਉਹ ਸੁਣਦੇ ਆ, ਬਸ ਠੀਕ ਹੈ ਜੀ, ਸੁਣਦੇ ਆ, ਮੋਦੀ ਕੋ ਬਤਾਏਂਗੇ ਜੀ। ਮੋਦੀ ਜੀ ਸੁਣ ਕੇ ਉਹ ਕਾਟਾ ਮਾਰਦੇ ਆ। ਵੀ ਇਹਨਾਂ ਦੀ ਇੰਟਿਊਸ਼ਨ ਹੀ ਗਲਤ ਹੈ, ਇੱਛਾ ਸ਼ਕਤੀ ਨਹੀਂ ਹੈਗੀ ਕਿ ਵੀ ਇਹਨੂੰ ਕਰਨਾ। ਇਹ ਤਾਂ ਉਹੀ ਗੱਲ ਹੈ ਨਾ, ਤਾਨਾ ਸ਼ਾਹ ਜਿਹੜਾ ਹੁੰਦਾ, ਉਹ ਤਾਨਾਸ਼ਾਹ ਆਪਣੀ ਕਿਸੇ ਗੱਲ ਤੇ ਆਉਂਦਾ ਨਹੀਂ। ਅੱਛਾ, ਐ ਨਹੀਂ ਲੱਗਦਾ ਕਿ ਜਦੋਂ ਸ਼ੁਰੂਆਤੀ ਦੌਰ 'ਚ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਸੀ ਤਾਂ ਆਮ ਲੋਕਾਂ ਨੂੰ, ਆਮ ਵਰਗ ਨੂੰ ਨਹੀਂ ਸੀ ਪਤਾ। ਕਿਤੇ ਨਾ ਕਿਤੇ ਹੁਣ ਆਮ ਵਰਗ ਨੂੰ ਵੀ ਇਹ ਚੀਜ਼ ਪਤਾ ਲੱਗ ਗਈ ਹੈ ਕਿ ਅਗਰ ਕਿਸਾਨਾਂ ਦਾ ਨੁਕਸਾਨ ਹੁੰਦਾ ਆ ਤਾਂ ਨਾਲ ਦੀ ਨਾਲ ਨੁਕਸਾਨ ਆਮ ਵਰਗ ਦਾ ਵੀ ਹੋਏਗਾ, ਤੁਹਾਡਾ ਵੀ ਹੋਏਗਾ, ਮੇਰਾ ਵੀ ਹੋਏਗਾ। ਜਿਹੜਾ ਆਟਾ ਅੱਜ ਅਸੀਂ 33 ਰੁਪਏ ਕਿਲੋ ਲੈ ਕੇ ਖਾਂਦੇ ਆ ਤੇ ਉਹੀ ਸਾਨੂੰ 150, 200, 250 ਰੁਪਏ ਕਿਲੋ ਲੈ ਕੇ ਖਾਣਾ ਪਵੇਗਾ, ਤਾਂ ਨੁਕਸਾਨ ਜਿਹੜਾ ਬਰਾਬਰ ਆਮ ਵਰਗ ਦਾ ਵੀ ਹੋਵੇਗਾ। ਬਿਲਕੁਲ ਜੀ, ਬਿਲਕੁਲ। ਇਹ ਸਾਰਿਆਂ ਦਾ ਨੁਕਸਾਨ ਹੋਣਾ ਜੀ, ਜਿੰਨੇ ਵੀ ਆਮ ਗਰੀਬ ਜਨਤਾ ਹੈਗੀ ਹੈ। ਇਹ ਵੀ ਮੋਦੀ ਦੀ ਨੀਤੀ ਇਹੀ ਹੈ। ਪਰ ਮੋਦੀ ਸਾਹਿਬ ਨੂੰ ਇਹ ਨਹੀਂ ਚੀਜ਼ ਨਜ਼ਰ ਆ ਰਹੀ ਕਿ ਪੂਰਾ ਦੇਸ਼ ਪ੍ਰਭਾਵਿਤ ਹੋ ਰਿਹਾ। ਉਹਨਾਂ ਦੀ ਨੀਤੀ ਇਹੀ ਹੈ ਵੀ ਗਰੀਬ ਮਰੇਗਾ ਤੇ ਜਨਸੰਖਿਆ ਘੱਟ ਹੋਊਗੀ। ਇਹਨਾਂ ਦੀ ਸਟਾਰਟਿੰਗ ਤੋਂ ਹੀ ਇਹਨਾਂ ਦਾ ਫੋਕਸ ਵੀ ਲੋਕਾਂ ਨੂੰ, ਹੁਣ ਕਰੋਨਾ ਕਾਲ 'ਚ ਦੇਖੋ ਕਿੰਨਾ ਬੰਦਾ ਮਰ ਗਿਆ, ਵੀ ਮਰਿਆ 48 ਲੱਖ ਬੰਦਾ ਮਰ ਗਿਆ, 50 ਲੱਖ ਬੰਦਾ ਮਰ ਗਿਆ। ਇਹ ਦੱਸਦੇ 3000 ਬੰਦਾ, 4000 ਐਂ ਕਰਕੇ ਕੁਝ ਘੱਟ ਦੱਸਦੇ ਆ। ਇਹਨਾਂ ਦਾ ਹਮੇਸ਼ਾ ਇੱਕ ਸਿਸਟਮ ਰਿਹਾ ਵੀ ਇਹ ਗਰੀਬਾਂ ਨੂੰ ਮਾਰਤਾ ਜਾਵੇ, ਜਨਸੰਖਿਆ ਘੱਟ ਕਰਦੀ ਜਾਵੇ। ਵੀ ਇਹਨਾਂ ਦਾ ਏਜੰਡਾ, ਉਹ ਏਜੰਡਾ ਜਿਹਨਾਂ ਦੇ ਆਪ ਦੇ ਏਜੰਡੇ 'ਚ ਹੈ ਵੀ ਜਨਸੰਖਿਆ ਘੱਟ ਕਰਨੀ, ਲੋਕਾਂ ਨੂੰ ਮਾਰ ਦਿਓ, ਗਰੀਬਾਂ ਨੂੰ ਹੁਣ ਖਾਣਾ ਨਹੀਂ ਮਿਲ ਰਿਹਾ, ਗਰੀਬ ਮਰ ਰਹੇ ਆ। ਵੀ ਇਹੀ ਤਾਂ ਇਹਨਾਂ ਦਾ ਸਿਸਟਮ ਹੈਗਾ। ਵੀ ਬਹੁਤ ਕਿੰਨੇ ਕਿਸਾਨਾਂ ਦੀ, 500 ਤੋਂ ਵੱਧ ਕਿਸਾਨਾਂ ਦੀ ਜਿਹੜੀ ਸ਼ਹਾਦਤ ਆ ਉੱਥੇ ਧਰਨੇ ਦੌਰਾਨ ਜਿਹੜੀ ਹੋਈ ਹੈ, ਤੇ ਉਸ ਤੋਂ ਬਾਅਦ ਜਿਹੜੇ
26 ਦੀ ਪਰੇਡ ਨੂੰ ਲੈ ਕੇ ਕਈ ਕਿਸਾਨ ਆਗੂ ਜਿਹੜੇ ਅੰਦਰ ਸੀਗੇ ਤਾਂ ਉਹਨਾਂ ਦੀਆਂ ਜ਼ਮਾਨਤਾਂ ਵੀ ਤਕਰੀਬਨ ਹੋ ਚੁੱਕੀਆਂ। ਇਨੀਸ਼ੀਏਟਿਵ ਲਿਆ ਦਿੱਲੀ ਸਿੱਖ ਮੈਨੇਜਮੈਂਟ ਗੁਰਦੁਆਰਾ ਕਮੇਟੀ ਨੇ। ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਕਿੰਨੇ ਕਿਸਾਨ ਅੰਦਰ ਸੀਗੇ ਜਿਨ੍ਹਾਂ ਜ਼ਮਾਨਤਾਂ ਹੋਈਆਂ ਔਰ ਕਿੰਨਿਆਂ ਦੀ ਸ਼ਹਾਦਤ ਹੋ ਚੁੱਕੀ ਹੈ ਤੇ ਕਿੰਨਾ ਨੁਕਸਾਨ ਆ ਜਿਹੜਾ ਭੁਗਤਣਾ ਪੈ ਰਿਹਾ? ਬਹੁਤ ਵੱਡਾ ਨੁਕਸਾਨ ਹੋ ਗਿਆ ਜੀ ਪੰਜਾਬ ਨੂੰ। 500 ਕਿਸਾਨ ਮਰ ਚੁੱਕੇ, ਸਾਡਾ ਸ਼ਹੀਦ ਹੋ ਚੁੱਕਾ। ਮੈਂ ਸ਼ਹੀਦ ਦਾ ਉਹਨਾਂ ਦਾ ਦਰਜਾ ਦਿੰਦਾ ਤੇ ਮੈਂ ਉਹਨਾਂ ਨੂੰ ਨਮਨ ਕਰਦਾ ਜੀ ਤੇ ਮੈਂ ਮੱਥਾ ਟੇਕਦਾ ਉਹਨਾਂ ਤੇ ਜਿਹੜੇ ਸ਼ਹੀਦ ਆਪਣੇ ਹੋਏ ਆ ਕਿਸਾਨ, ਜਿਹੜੇ ਹੁਣ ਜਾ ਕੇ ਆਏ ਆ। ਇਹ ਵੀ ਇੱਕ ਸ਼ਹਾਦਤ ਉਹਨਾਂ ਨੇ ਦਿੱਤੀ ਵੀ ਆਪ ਜਾ ਕੇ ਜੇਲ੍ਹ 'ਚ ਆਏ ਆ, ਇਹ ਬਹੁਤ ਵੱਡੀ ਕੁਰਬਾਨੀ ਹੈ। ਤੇ ਜਿਹੜੇ ਜੋ ਮਿਸਟਰ ਸਿਰਸਾ ਨੇ ਕੀਤਾ ਉੱਥੇ, ਇਹ ਬਹੁਤ ਐਪਰੀਸ਼ੀਏਟ ਕਰਨ ਵਾਲੀ ਗੱਲ ਹੈ। ਇਹ ਸ਼ਲਾਘਾਯੋਗ ਗੱਲ ਹੈ ਵੀ ਉਹਨਾਂ ਨੇ ਕੰਮ ਕੀਤਾ, ਵੀ ਉਹ ਨੌਜਵਾਨਾਂ ਨੂੰ ਛੁਡਾਇਆ ਤੇ ਜਿਹੜੇ ਆ ਤਾਨਾਸ਼ਾਹ ਬੈਠੇ ਆ ਤੇ ਉਹਨਾਂ ਨੂੰ ਅੰਦਰ ਦਿੱਤਾ ਨਜਾਇਜ਼। ਇਹ ਆਉਣ ਵਾਲਾ ਸਮਾਂ ਉਹਨਾਂ ਨੂੰ ਦੱਸਿਆ ਜਾਏਗਾ। ਅੱਛਾ, ਲਗਾਤਾਰ ਕਿਸਾਨਾਂ ਵੱਲੋਂ ਵਿਰੋਧ ਆ ਜਿਹੜਾ ਇਸ ਬਿਆਨ ਦਾ ਕੀਤਾ ਜਾ ਰਿਹਾ, ਜੋ ਸਿੱਧੂ ਸਾਹਿਬ ਵੱਲੋਂ ਬਿਆਨ ਦਿੱਤਾ ਗਿਆ ਕਿ ਪਿਆਸਾ ਖੂਹ ਕੋਲੇ ਚੱਲ ਕੇ ਜਾਂਦਾ, ਖੂਹ ਨਹੀਂ ਪਿਆਸੇ ਕੋਲੇ ਜਾਂਦਾ। ਤੁਸੀਂ ਸਿੱਧੂ ਸਪੋਰਟਰ ਹੋ, ਤੁਸੀਂ ਵੀ ਬੋਰਡ ਜਿਹੜੇ ਲਗਾਏ ਸੀਗੇ ਉਹਨਾਂ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਤੁਸੀਂ ਬੋਰਡ ਲਗਾਤੇ ਸੀਗੇ, ਤਾਂ ਕਿਵੇਂ ਦੇਖਦੇ ਹੋ ਕਿ ਇਹ ਬਿਆਨ ਜਿਹੜਾ ਕਿੰਨਾ ਸਹੀ ਸੀਗਾ? ਨਹੀਂ ਦੇਖੋ ਜੀ, ਉਹਨਾਂ ਨੇ ਤਾਂ ਇਹ ਕਿਹਾ ਹੀ ਨਹੀਂ ਕਿ ਮੈਂ ਪਿਆਸਾ ਜਾਂ ਕਿਸਾਨ ਪਿਆਸੇ ਨੇ ਜਾਂ ਕਿਸਾਨ ਖੂਹ ਹੈ ਤੇ ਮੈਂ ਖੂਹ ਹਾਂ। ਮਨਸ਼ਾ ਤਾਂ ਉਹੀ ਸੀ ਨਾ? ਨਹੀਂ ਬਿਲਕੁਲ ਨਹੀਂ। ਉਹਨਾਂ ਦੀ ਮਨਸ਼ਾ, ਉਹਨਾਂ ਦਾ ਇੱਕ ਕਹਿੰਦਾ ਨਾ ਬਈ ਟਾਰਗੇਟ, ਵੀ ਅਰਜੁਨ ਦਾ ਟਾਰਗੇਟ ਕੀ ਸੀਗਾ ਬਈ ਮੱਛੀ ਦੀ ਅੱਖ। ਉਹਨਾਂ ਦਾ ਟਾਰਗੇਟ ਹੈ ਪੰਜਾਬ ਨੂੰ ਅੱਵਲ ਤੇ ਲੈ ਕੇ ਜਾਣਾ। ਕਿਵੇਂ ਦੇਖਦੇ ਹੋ ਹੁਣ ਕੀ ਕੀਤਾ ਜਾਊਗਾ ਸਿੱਧੂ ਸਾਹਿਬ ਦੇ? ਬਿਲਕੁਲ ਸਿੱਧੂ ਸਾਹਿਬ ਕਿਸਾਨਾਂ ਕੋਲ ਜਾਣਗੇ, ਇਹ ਮੇਰਾ ਵਾਅਦਾ ਤੁਹਾਡੇ ਨਾਲ। ਹੋਰ ਇਹ ਗਰੰਟੀ ਹੈ ਜੀ, ਕਿਸਾਨਾਂ ਕੋਲ ਹੀ ਜਾਣਗੇ। ਪਿਆਸੇ ਸਿੱਧੂ ਸਾਹਿਬ ਨਹੀਂ, ਪੂਰਾ ਪੰਜਾਬ ਪਿਆਸਾ ਔਰ ਕਿਸਾਨਾਂ ਕੋਲ ਜਾਊਗਾ। ਕਿਸਾਨ ਸਾਡੇ ਖੂਨ ਹੈ ਵੀ ਭਰਿਆ ਪਿਆ, ਜਿਹੜਾ ਕਹਿੰਦੇ ਨਾ ਭਰਿਆ ਪਿਆ ਪਾਣੀ ਜਿਹੜਾ ਹੁੰਦਾ ਉਹ ਕਿਸਾਨਾਂ ਕੋਲ ਹੀ ਹੈ। ਕਿਸਾਨਾਂ ਕੋਲ ਹੀ ਵੀ ਫਸਲ ਹੁੰਦੀ ਹੈ, ਅਨਾਜ ਹੁੰਦਾ। ਅੰਨਦਾਤਾ ਸਾਡਾ ਖੂਹ ਕਿਸਾਨ ਹੀ ਹੁੰਦੇ ਆ ਤੇ ਪਿਆਸੇ ਅਸੀਂ ਹੁੰਦੇ ਆ। ਸਾਨੂੰ ਭੁੱਖ ਲੰਦੀ, ਅਸੀਂ ਜਾਂਦੇ ਆ ਨਾ ਵੀ ਆਟਾ ਖਰੀਦਣ ਵੀ ਰੋਟੀ ਬਣੂਗੀ ਤੇ ਵੀ ਉਹਨਾਂ ਕੋਲ ਅਸੀਂ ਜਾਂਦੇ ਆ ਨਾ ਲੈਣ। ਤੇ ਕਿਸਾਨ ਖੂਹ ਨੇ, ਪਿਆਸਾ ਅਸੀਂ ਆ। ਪਿਆਸਾ ਨਵਜੋਤ ਸਿੰਘ ਸਿੱਧੂ ਹੈ ਤੇ ਨਵਜੋਤ ਸਿੰਘ ਸਿੱਧੂ ਦੀ ਪੂਰੀ ਟੀਮ ਕਿਸਾਨਾਂ ਕੋਲ ਜਾਣਗੇ। ਜੋ ਵੀ ਕਿਸਾਨਾਂ ਦੇ ਹੱਕ 'ਚ ਫੈਸਲਾ ਹੋਊਗਾ ਉਹ ਨਵਜੋਤ ਸਿੰਘ ਸਿੱਧੂ ਨੂੰ ਫੋਲੋ ਕਰਨਗੇ। ਅੱਛਾ, ਇੱਕ ਆਰਐਸਐਸ ਵਰਕਰ ਹੋਣ ਦੇ ਨਾਤੇ ਕਿਸਾਨਾਂ ਨੂੰ ਇੱਕ ਮੈਸੇਜ, ਇੱਕ ਸੁਨੇਹਾ ਦੇਣਾ ਚਾਹੋ ਕਿ ਜਿਹੜੀ ਧਾਰਨਾ ਆਰਐਸਐਸ ਨੂੰ ਲੈ ਕੇ ਕਿਸਾਨਾਂ ਦੀ ਬਣੀ ਹੋਈ ਹੈ, ਇੱਕ ਮੈਸੇਜ ਦੇਣਾ ਚਾਹੋ? ਦੇਖੋ, ਆਰਐਸਐਸ ਇੱਕ ਨਾ, ਮੈਂ ਤੁਹਾਨੂੰ ਪਹਿਲਾਂ ਦੱਸਿਆ, ਇੱਕ ਦਰਖਤ ਹੈਗਾ। ਦਰਖਤ 'ਚ ਬਹੁਤ ਟਾਹਣੀਆਂ ਨਿਕਲੀਆਂ ਆਈਆਂ, ਆਪਣੀ ਆਪਣੀ ਸੋਚ ਹੈ ਲੋਕਾਂ ਦੀ। ਪਰ ਠੀਕ ਹੈ, ਮੈਂ ਆਰਐਸਐਸ 'ਚ ਹੈਗਾ ਤੇ ਮੇਰੀ ਸੋਚ ਆ ਤੇ ਪਹਿਲਾਂ ਆਪਣੀ ਮਾਂ, ਆਪਣੀ ਜ਼ਮੀਨ, ਆਪਣੀ ਮਿੱਟੀ, ਉਸ ਤੋਂ ਬਾਅਦ ਕਿਸੇ ਸੰਗਠਨ 'ਚ, ਉਸ ਤੋਂ ਬਾਅਦ ਕੋਈ ਪਾਰਟੀ ਭਾਜੀ। ਤੇ ਮੇਰੇ ਹਿਸਾਬ ਨਾਲ ਇਸ ਤੋਂ ਉੱਪਰ ਕੁਝ ਵੀ ਨਹੀਂ ਹੈਗਾ। ਕਿਸਾਨਾਂ ਤੋਂ ਉੱਪਰ ਮੇਰੇ ਲਈ ਕੁਝ ਵੀ ਨਹੀਂ ਹੈਗਾ। ਇਸ ਜ਼ਮੀਨ ਤੋਂ, ਇਸ ਪੰਜਾਬ ਦੀ ਧਰਤੀ ਤੋਂ ਮੇਰੇ ਤੋਂ ਉੱਪਰ ਕੁਝ ਵੀ ਨਹੀਂ ਹੈਗਾ, ਚਾਹੇ ਕੋਈ ਵੀ ਪਾਰਟੀ ਹੋਵੇ, ਚਾਹੇ ਕੋਈ ਵੀ ਸੰਗਠਨ ਹੋਵੇ। ਸਿੱਧੀ ਗੱਲ ਆਹੀ ਮੇਰੀ ਹੈ। ਤਾਂ ਤੁਸੀਂ ਸੁਣਿਆ ਜਸਰਾਜ ਗਰੇਵਾਲ, ਜੋ ਕਿ ਸਿੱਧੂ ਸਪੋਰਟਰ ਨੇ। ਇਹਨਾਂ ਨੇ ਸਿੱਧੂ ਸਾਹਿਬ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਹੀ ਜਿਹੜੇ ਬੋਰਡ ਜਿਹੜੇ ਲਗਾ ਦਿੱਤੇ ਗਏ ਸੀਗੇ ਕਿ ਬੱਬਰ ਸ਼ੇਰ ਇੱਕ ਹੀ ਹੁੰਦਾ। ਤਾਂ ਜਸਰਾਜ ਵੱਲੋਂ ਇਹ ਦੱਸਿਆ ਗਿਆ ਕਿ ਕਿਉਂਕਿ ਜਸਰਾਜ ਹੋਰਾਂ ਨੇ ਇੱਕ ਲੰਮਾ ਸਮਾਂ ਆਰਐਸਐਸ ਦੇ ਵਿੱਚ ਜਿਹੜਾ ਕੱਟਿਆ, ਆਰਐਸਐਸ ਵਰਕਰ ਨੇ, ਇਹਨਾਂ ਵੱਲੋਂ ਸਾਫ਼ ਕੀਤਾ ਗਿਆ ਕਿ ਆਰਐਸਐਸ ਇੱਕ ਸ਼ਾਖਾ ਹੋਣ ਦੇ ਨਾਤੇ ਕਿਸਾਨਾਂ ਦੇ ਵਿਰੋਧ ਦੇ ਵਿੱਚ ਨਹੀਂ ਹੈ, ਕਿਸਾਨਾਂ ਦੇ ਹੱਕ ਵਿੱਚ ਹੈ। ਔਰ ਕਿਤੇ ਨਾ ਕਿਤੇ ਬੀਜੇਪੀ ਨੂੰ ਲੰਮੇ ਹੱਥੀ ਜਿਹੜਾ ਲੈਂਦੇ ਨਜ਼ਰ ਆ ਰਹੇ ਆ। ਔਰ ਕਿਤੇ ਨਾ ਕਿਤੇ ਇੱਕ ਸੰਦੇਸ਼ ਇਹਨਾਂ ਨੇ ਦਿੱਤਾ ਆ ਕਿ ਇਹ ਜਿਹੜਾ ਐਜੀਟੇਸ਼ਨ ਆ ਕਿਸਾਨਾਂ ਦਾ, ਕਿਸਾਨਾਂ ਦੇ ਹੱਕ ਵਿੱਚ ਹੀ ਜਿਹੜਾ ਖਤਮ ਹੋਏਗਾ। ਕਿਸਾਨਾਂ ਦੇ ਹੱਕ ਦੇ ਵਿੱਚ ਜੋ ਵੀ ਉਹਨਾਂ ਦੀਆਂ ਇੱਛਾਵਾਂ ਨੇ ਉਹ ਪੂਰੀਆਂ ਹੋਣਗੀਆਂ ਤਾਂ ਕਿਸਾਨਾਂ ਦੇ ਹੱਕ ਵਿੱਚ ਹੀ ਹੋਏਗਾ। ਜੋ ਵੀ ਹੋਏਗਾ, ਬਿੱਲ ਰੱਦ ਹੋਣਗੇ, ਕਿਸਾਨਾਂ ਦੇ ਹੱਕ ਵਿੱਚ ਗੱਲ ਸਾਰੀ ਕੀਤੀ ਹੈ। ਔਰ ਕਿਤੇ ਨਾ ਕਿਤੇ ਇੱਕ ਵੱਡੀ ਗੱਲ ਇਹਨਾਂ ਨੇ ਕਹੀ ਹੈ ਕਿ ਹਿੰਦੁਸਤਾਨ ਕਿਸੇ ਦੇ ਬਾਪ ਦਾ ਨਹੀਂ ਹੈ, ਹਿੰਦੁਸਤਾਨ ਸਾਰਿਆਂ ਦਾ ਹੈ। ਤਾਂ ਇੱਕ ਜਿਹੜਾ ਐਜੀਟੇਸ਼ਨ ਚੱਲ ਰਿਹਾ ਹੈ 3 ਬਿੱਲਾਂ ਨੂੰ ਲੈ ਕੇ, ਤਾਂ 3 ਬਿੱਲ ਆ ਜਿਹੜੇ ਰੱਦ ਕਰਨੇ ਹੀ ਪੈਣੇ ਆ। ਔਰ ਕਿਸੇ ਹਾਲਤ ਵਿੱਚ ਵੀ ਇਹ ਬਿੱਲ ਆ ਜਿਹੜੇ ਰੱਦ ਕਰਕੇ ਹੀ ਇਸ ਦਾ ਜਿਹੜਾ ਸਮਾਧਾਨ ਆ ਜਿਹੜਾ ਨਿਕਲੇਗਾ। ਖੈਰ, ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਸੰਘਰਸ਼ ਆ ਜਿਹੜਾ ਕਿੰਨਾ ਹੋਰ ਲੰਮਾ ਸਮਾਂ ਚੱਲਦਾ ਤੇ ਕੀ ਨਤੀਜੇ ਨਿਕਲਦੇ ਆ, ਕਿਉਂਕਿ ਲਗਾਤਾਰ ਮੀਟਿੰਗਾਂ ਵੀ ਜਿਹੜੀਆਂ ਸਰਕਾਰ ਦੇ ਨਾਲ ਜਿਹੜੀਆਂ ਕਿਸਾਨ ਆਗੂਆਂ ਦੀਆਂ ਹੋ ਰਹੀਆਂ ਨੇ। ਤਾਂ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਘਰਸ਼ ਆ ਜਿਹੜਾ ਕਿੱਧਰ ਨੂੰ ਜਾ ਰਿਹਾ। ਕੈਮਰਾਮੈਨ ਸੰਦੀਪ ਸੋਨੀ ਦੇ ਨਾਲ ਵਿਸ਼ਾਲ ਸ਼ਾਰਦਾ, ਦੇਸ਼ ਟਾਈਮਸ ਲੁਧਿਆਣਾ।